प्रवास के इस हैल्थ सैगमेंट आप सब का स्वागत है। हैल्थ सैगमेंट अज गलबात करन जा रहे हैं ब्लड प्रैशर के बारे। इस संबंधी गलबात करने लई होम्योपैथिक की दुनिया के माहर डॉक्टर अवतार भट्टी साडे स्टूडियो मौजूद ने गलबात करने लई। जी भट्टी साहब, स्वागत है आप जी का प्रोग्राम शामिल होने लई। जी बहुत बहुत धन्यवाद बसोता साहब तुहाडा ते प्रवास टीवी के सारे सुनने वाले ਸਰੋਤਿਆਂ ਨੂੰ प्यार भरी सत श्री अकाल। जी भट्टी साहब, ये दसो सब तो पहला भी ब्लड प्रैशर बड़ा कॉमन शब्द है जी। ब्लड प्रैशर है की है? देखो ये हर एक नाल संबंधित है। इस करके अज का यह टॉपिक असी ये रखा है कि ब्लड प्रैशर हुंदा की है ना। आम तौर पर लोग ਇਹਦੇ ਬਾਰੇ कई तरह ਦੀਆਂ ਭਾਸ਼ਾ ਲੈਂਦੇ ਆ ਵੀ मैं ब्लड प्रैशर ਨੂੰ मतलब एक ਹਊਆ ਜਿਹਾ ਬਣ ਚੁੱਕਾ ਆ। ब्लड ਪ੍ਰੈਸ਼ਰ ਮੀਨਸ ਪ੍ਰੈਸ਼ਰ ਆਫ ਬਲੱਡ ਐਗਜ਼ਰਟਡ ਔਨ ਦਾ ਵੈਸਲਸ, ਕਿ ਖੂਨ ਦਾ ਨਾਲੀਆਂ ਦੇ ਵਿੱਚ ਦੌੜਨ ਦੇ ਪ੍ਰੈਸ਼ਰ ਨੂੰ ਬਲੱਡ ਪ੍ਰੈਸ਼ਰ ਕਹਿੰਦੇ ਆ ਇਹ। ਸੋ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਆ ਇਹ ਹਾਰਟ ਜਦੋਂ ਪੰਪਿੰਗ ਕਰਦਾ ਆ, ਉਹ ਜਦੋਂ ਪ੍ਰੈਸ਼ਰ ਕ੍ਰੀਏਟ ਹੁੰਦਾ ਆ ਆਰਟਰੀਜ਼ ਦੇ ਉੱਤੇ ਜਿੱਥੋਂ ਲੰਘਦਾ ਆ, ਉਹਨੂੰ ਅਸੀਂ ਬਲੱਡ ਪ੍ਰੈਸ਼ਰ ਕਹਿੰਦੇ ਆ। ਇਹ ਦੋ ਤਰ੍ਹਾਂ ਦਾ ਬਲੱਡ ਪ੍ਰੈਸ਼ਰ ਹੁੰਦਾ ਆਮ ਤੌਰ ਤੇ, ਇੱਕ 120 ਨਾਰਮਲ ਲਿਆ ਜਾਂਦਾ ਤੇ ਇੱਕ 80। ਜਿਹੜੀ ਪੰਪਿੰਗ ਹੈ ਉਹ 120 ਹੈ, ਰਿਲੈਕਸਿੰਗ 80 ਹੈ। ਮੀਨਸ ਕਿ ਇਹ ਇੱਕ ਸਰਟਨ ਪ੍ਰੈਸ਼ਰ ਦੇ ਨਾਲ ਹਾਰਟ ਜਿਹੜਾ ਹੈਗਾ ਆ ਬਲੱਡ ਨੂੰ ਤੁਹਾਡੀ ਬੋਡੀ ਦੇ ਵਿੱਚ ਭੇਜਦਾ। ਬਲੱਡ ਪ੍ਰੈਸ਼ਰ ਜਿਹੜਾ ਹੈਗਾ ਆ ਇਹ ਅਗਰ ਨਾ ਹੋਵੇ ਤਾਂ ਬਲੱਡ ਜਿਹੜਾ ਹੈਗਾ, ਹੁਣ ਹਾਰਟ ਸਾਡੀ ਚੈਸਟ ਦੇ ਵਿੱਚ ਹੁੰਦਾ ਸਾਰਿਆਂ ਨੂੰ ਪਤਾ, ਇੱਥੋਂ ਬਲੱਡ ਜਿਹੜਾ ਹੈਗਾ ਆ ਸਾਡੀ ਬੋਡੀ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਜਾਣਾ। ਉਹ ਕਿਉਂ ਜਾਣਾ? ਕਿਉਂਕਿ ਬਲੱਡ ਦੇ ਵਿੱਚ ਸਾਰੇ ਤੱਤ ਨੇ, ਸਾਰੇ ਹੀ ਤਰ੍ਹਾਂ ਦੇ એનર્ਜੀ ਹੈ ਬਲੱਡ ਦੇ ਵਿੱਚ। ਠੀਕ ਹੈ। ਹੁਣ ਅਗਰ ਆਪਾਂ ਸੇਬ ਕਹੀਏ ਵੀ ਸੇਬ ਸਿੱਧਾ ਤਾਂ ਲੱਤਾਂ 'ਚ ਨਹੀਂ ਜਾਂਦਾ, ਨਾ ਕੋਈ ਵੀ ਚੀਜ਼ ਕਿਸੇ ਪਾਸੇ ਜਾਂਦੀ ਆ। ਹਰ ਇੱਕ ਚੀਜ਼ ਦਾ ਨਿਚੋੜ ਬਲੱਡ ਦੇ ਵਿੱਚ ਆਉਂਦਾ। ਉਹ ਬਲੱਡ ਦੇ ਰਾਹੀਂ ਸਾਡੇ ਹਰ ਇੱਕ ਸੈੱਲ ਦੇ ਕੋਲ ਜਾਂਦਾ। ਉਹ ਜਿਹੜਾ ਸੈੱਲਾਂ ਦੇ ਕੋਲ ਜਾਣਾ ਆਰਟਰੀਜ਼ ਦੇ ਰਾਹੀਂ ਬਲੱਡ ਪ੍ਰੈਸ਼ਰ ਦੇ ਇੱਕ ਰੂਪ ਦੇ ਵਿੱਚ ਜਾਂਦਾ। ਹੁਣ 120 ਕਿਉਂ ਹੈ, 140 ਕਿਉਂ ਨਹੀਂ ਜਾਂ 80 ਕਿਉਂ ਨਹੀਂ? ਇੱਕ ਸਰਟਨ ਪ੍ਰੈਸ਼ਰ ਬੋਡੀ ਨੇ, ਗੋਡ ਨੇ, ਇੱਕ ਪਰਮਾਤਮਾ ਨੇ ਬੋਡੀ ਦੇ ਵਿੱਚ ਬਣਾਇਆ ਤਾਂ ਕਿ ਇਸ ਪ੍ਰੈਸ਼ਰ ਦੇ ਨਾਲ ਜੇਕਰ ਬਲੱਡ ਜਾਏਗਾ, ਪੰਪ ਹੋਏਗਾ, ਉਹ ਸਾਰੇ ਬੋਡੀ ਦੇ ਪਾਰਟਸ ਨੂੰ ਚਲੇ ਜਾਏਗਾ। ਹੁਣ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਵੀ ਟੈਂਕੀ ਆ ਪਾਣੀ ਵਾਲੀ, ਹੈ ਨਾ, ਉਹਨੂੰ ਉੱਪਰ ਰੱਖਿਆ, ਉਹਨੂੰ ਜਿੰਨਾ ਕਹਿੰਦੇ ਉੱਪਰ ਰੱਖੋ ਉਨਾ ਹੀ ਪ੍ਰੈਸ਼ਰ ਟੂਟੀਆਂ ਦੇ ਵਿੱਚ ਜ਼ਿਆਦਾ ਆਏਗਾ, ਹੈ ਨਾ। ਸੋ ਇਸੇ ਤਰ੍ਹਾਂ ਇਹ ਪ੍ਰੈਸ਼ਰ ਹੈ ਸਾਡੀ ਬੋਡੀ ਦਾ। ਅਗਰ ਇਹ ਵੱਧਿਆ ਤਾਂ ਵੀ ਖਰਾਬ ਆ, ਘਟਿਆ ਤਾਂ ਵੀ ਖਰਾਬ ਆ, ਪਰ ਇਸੇ ਕਰਕੇ ਪ੍ਰਮਾਤਮਾ ਨੇ ਇਹਦਾ 120 ਜਿਹੜਾ 80 ਰੱਖਿਆ ਆ। ਇਹ ਇਸ ਪ੍ਰੈਸ਼ਰ ਦੇ ਨਾਲ ਅਗਰ ਜਾਏਗਾ ਤਾਂ ਤੁਹਾਡੇ ਹਾਰਟ ਨੂੰ ਵੀ ਡੈਮੇਜ ਨਹੀਂ ਹੋਏਗਾ ਤੇ ਤੁਹਾਡਾ ਬਲੱਡ ਹਰ ਸੈੱਲ ਦੇ ਤੱਕ ਪਹੁੰਚ ਵੀ ਜਾਏਗਾ। ਹੁਣ ਅਕਸਰ ਵੇਖਿਆ ਜਾਂਦਾ ਜਦੋਂ 60 ਤੋਂ ਉੱਤੇ ਹੋ ਜਾਂਦਾ ਹੈਗਾ ਜੀ, ਉਹਨਾਂ ਦਾ ਕਹਿੰਦੇ 130 ਹੈ ਉਤਲਾ ਤੇ ਥੱਲਾ 90 ਹੈ, ਫਿਰ ਵੀ ਉਹਨੂੰ ਨਾਰਮਲ ਜਾਂ ਦੱਸੀ ਜਾਂਦੇ। ਕਿੰਨਾ ਕੁ ਫਰਕ ਪੈਂਦਾ ਇਸ ਦਾ? ਮੰਨ ਲਓ 90 ਤੇ 140 ਦੀ ਗੱਲ ਕਰ ਰਿਹਾ ਮੈਂ। ਦੇਖੋ ਅਸੀਂ ਪਹਿਲਾਂ ਜਿਹੜੀ ਸਾਇੰਸ ਨੇ ਇਹ ਰੱਖਿਆ ਸੀ ਕਿ ਉੱਪਰਲਾ ਬਲੱਡ ਪ੍ਰੈਸ਼ਰ 100 ਪਲੱਸ ਏਜ ਸੀਗਾ, ਜਿਹੜਾ ਕਿ ਨਹੀਂ ਹੈ, ਗਲਤ ਹੈ। ਹੁਣ ਅੱਜ ਦੀ ਸਾਇੰਸ ਕਹਿੰਦੀ ਹੈ ਨਹੀਂ, ਹੁਣ 100 ਜੇ 60 ਦੀ ਉਮਰ ਹੈ ਤਾਂ 160 ਹੋ ਗਿਆ, ਜਿਹੜਾ ਕਿ ਗਲਤ ਹੈ ਨਾ। ਜਿਹੜਾ ਬਲੱਡ ਪ੍ਰੈਸ਼ਰ 120 ਆ ਉਹਨੂੰ 126, 28, 30 ਤੱਕ ਵੀ ਅਸੀਂ ਨਾਰਮਲ ਕਹਿ ਸਕਦੇ ਹਾਂ। ਅਡਲਟ ਦਾ ਵੀ ਥੋੜ੍ਹਾ ਜਿਹਾ ਬਲੱਡ ਪ੍ਰੈਸ਼ਰ ਜ਼ਿਆਦਾ ਹੁੰਦਾ, ਹੈ ਨਾ। ਅੱਛਾ ਜੀ। ਓਲਡ ਏਜ ਦੇ ਵਿੱਚ ਆਪਣੇ ਆਪ ਥੋੜ੍ਹਾ ਜਿਹਾ 75 ਤੋਂ ਜਾ ਕੇ ਹਾਰਟ ਦੀ ਜਿਹੜੀ ਪੰਪਿੰਗ ਘਟ ਜਾਂਦੀ ਹੈ, ਕਿਉਂਕਿ ਆਲਵੇਜ਼ ਹਾਰਟ ਇੱਕ ਤਰ੍ਹਾਂ ਦਾ ਕਾਫੀ ਇੱਕ ਮਸ਼ੀਨ ਚੱਲ ਪਈ ਹੁੰਦੀ ਹੈ। ਸੋ ਉਹ ਉਸ ਵੇਲੇ ਪ੍ਰੈਸ਼ਰ ਥੋੜ੍ਹਾ ਜਿਹਾ ਘਟ ਜਾਂਦਾ ਆ। ਪਰ ਅਡਲਟ ਦੇ ਵਿੱਚ ਜਦੋਂ ਕਹਿੰਦੇ ਖੂਨ ਗਰਮ ਹੁੰਦਾ ਆ, ਉਦੋਂ ਇਹ ਬਲੱਡ ਪ੍ਰੈਸ਼ਰ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ ਹੈ ਜੀ। ਤੇ ਇਸ ਦੇ ਕਾਰਨ ਕੀ ਨੇ? ਦੇਖੋ ਬਲੱਡ ਪ੍ਰੈਸ਼ਰ ਵਧਣ ਦੇ ਕਾਰਨ ਕਾਫੀ ਨੇ, ਹੈ ਨਾ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਜਿਹੜਾ ਕਿ ਆਮ ਕਹਿ ਲਓ ਸਟਰੈਸ ਦੇ ਨਾਲ ਕੀ ਹੈ ਕਿ ਨਰਵਸ ਸਿਸਟਮ ਜਿਹੜਾ ਤੁਹਾਡਾ ਆ ਇਹ ਹਾਰਮੋਨ ਕ੍ਰੀਏਟ ਕਰਦਾ ਜਿਹੜਾ ਕਿ ਤੁਹਾਡੇ ਹਾਰਟ ਦੀ ਪੰਪਿੰਗ ਆ ਉਹਨੂੰ ਡਿਸਟਰਬ ਕਰ ਦਿੰਦਾ। ਸੋ ਸਟਰੈਸ ਦੇ ਨਾਲ ਬਲੱਡ ਪ੍ਰੈਸ਼ਰ ਦਾ ਵਧਣ ਦਾ ਬਹੁਤ ਵੱਡਾ ਕਾਰਨ ਹੈ। ਨੰਬਰ 2 ਕੋਲੈਸਟਰੋਲ ਹੈ। ਅਗਰ ਪਾਈਪਾਂ ਦੇ ਵਿੱਚ, ਹੁਣ ਆਪਾਂ ਖੇਤਾਂ ਦੇ ਵਿੱਚ ਆਪਾਂ ਕੰਮ ਕਰਦੇ ਆਏ ਹਾਂ, ਹੈ ਨਾ, ਅਗਰ ਉਹ ਜਿਹੜੀ ਆੜ ਹੁੰਦੀ ਆ ਜਾਂ ਜਿਹਦੇ ਰਾਹੀਂ ਪਾਣੀ ਜਾਂਦਾ, ਅਗਰ ਉਹਦੇ 'ਚ ਘਾਹ ਜੰਮਿਆ ਰਹੇ, ਪਾਣੀ ਉਛਲਦਾ ਜਾਂਦਾ। ਅਗਰ ਘਾਹ ਸਾਫ਼ ਕਰ ਦਿਓ ਤਾਂ ਪਾਣੀ ਐਨ ਵਿਛ ਕੇ ਚੱਲਦਾ। ਸੋ ਅਗਰ ਕੋਲੈਸਟਰੋਲ ਤੁਹਾਡੀਆਂ ਪਾਈਪਾਂ ਦੇ ਵਿੱਚ ਜ਼ਿਆਦਾ ਆ ਤਾਂ ਓਬਵੀਅਸਲੀ ਉਹ ਪ੍ਰੈਸ਼ਰ ਜਿਹੜਾ ਆ ਉਹ ਜ਼ਿਆਦਾ ਕ੍ਰੀਏਟ ਹੋਏਗਾ, ਹੈ ਨਾ। ਕਈ ਦਵਾਈਆਂ ਵੀ ਹੁੰਦੀਆਂ ਹੈਗੀਆਂ ਜਿਹੜੀਆਂ ਕਿ ਇਹਨੂੰ ਬਲੱਡ ਪ੍ਰੈਸ਼ਰ ਨੂੰ ਵਧਾ ਦਿੰਦੀਆਂ। ਕਈ ਡਾਈਟ ਵੀ ਹੁੰਦੀਆਂ ਜਿੱਦਾਂ ਕੌਫੀ ਆ ਜਾਂ ਟੀ ਆ ਜਾਂ ਜਿਹੜਾ ਸਾਲਟ ਹੈ, ਇਹ ਇਹਨਾਂ ਨੂੰ ਵਧਾ ਦਿੰਦਾ ਆ। ਕਈਆਂ ਨੂੰ ਕਿਡਨੀਜ਼ ਦੇ ਵਿੱਚ, ਕਿਉਂਕਿ ਬਲੱਡ ਪ੍ਰੈਸ਼ਰ ਦਾ ਕਿਡਨੀ ਨਾਲ ਕਾਫੀ ਕਨੈਕਸ਼ਨ ਹੈ ਡਾਇਰੈਕਟ, ਹੈ ਨਾ।
ਫੈਟ ਆ, ਅਗਰ ਓਬੇਸਿਟੀ ਆ, ਮੋਟਾਪਾ ਜ਼ਿਆਦਾ ਆ, ਜਾਂ ਤੁਸੀਂ ਤਸੀਰ ਗਰਮ ਵਾਲੀਆਂ ਚੀਜ਼ਾਂ ਹੀ ਖਾਈ ਜਾ ਰਹੇ ਹੋ, ਸੋ ਇਹ ਸਾਰੇ ਕਾਰਨ ਨੇ ਬਲੱਡ ਪ੍ਰੈਸ਼ਰ ਨੂੰ ਵਧਾਉਣ ਦੇ ਲਈ ਜੀ। ਤੁਸੀਂ ਸਟ੍ਰੈਸ ਦੀ ਗੱਲ ਕੀਤੀ ਹੈ, ਉਹ ਸਟ੍ਰੈਸ ਤਾਂ ਮਾਮੂਲੀ ਗੱਲ ਤੇ ਹੋ ਜਾਂਦੀ ਹੈ। ਉਹ ਮੰਨ ਲਓ ਮੀਆਂ ਬੀਬੀ ਦੀ ਬਣਦੀ ਨਹੀਂ ਤਾਂ ਸਟ੍ਰੈਸ ਹੈਗੀ ਹੈ, ਬਿਲਕੁਲ ਸਟ੍ਰੈਸ ਕੋਈ ਤੁਹਾਡਾ ਏਮਪਲਾਇਰ ਹੈ ਉਹ ਅੱਖੜ ਹੈਗਾ ਤਾਂ ਸਟ੍ਰੈਸ ਹੈਗੀ ਹੈ। ਇੱਥੇ ਕੈਨੇਡਾ ਤਾਂ ਵੈਸੇ ਹੀ ਸਟ੍ਰੈਸ ਰਹਿੰਦੀ ਹੈ, ਲੋਕਾਂ ਨੂੰ ਜੌਬ ਦੀ ਸਟ੍ਰੈਸ ਹੁੰਦੀ ਹੈ, ਸਵੇਰੇ ਉੱਠਣਾ ਸਾਜਰੇ ਕੰਮ ਤੇ ਜਾਣਾ ਤੇ ਫਿਰ ਘਰ ਆ ਕੇ ਫਿਰ ਕੋਈ ਨਾ ਕੋਈ ਸਟ੍ਰੈਸ ਹੁੰਦੀ ਹੈ। ਬਿਲਕੁਲ ਬਹੁਤ ਵਧੀਆ ਸਵਾਲ ਹੈ। ਸਟ੍ਰੈਸ ਜਿਹੜੀ ਹੁੰਦੀ ਹੈ ਇਹ ਬਲੱਡ ਪ੍ਰੈਸ਼ਰ ਨੂੰ ਵਧਾਉਂਦੀ ਹੈ, ਹਨਾ। ਲੇਕਿਨ ਸਾਨੂੰ ਕੀ ਹੁੰਦਾ, ਇੱਕ ਮੈਸੇਜ ਨਾਲ ਹੀ ਦੇਣਾ ਹੁੰਦਾ। ਹੁਣ ਜਿੱਦਾਂ ਤੁਸੀਂ ਕੰਮ ਦੀ ਕਹਿ ਰਹੇ ਆ ਜਾਂ ਕੋਈ ਵੀ ਮੀਆਂ ਬੀਬੀ ਦੀ ਹੈ ਨਾ, ਸੋ ਤੁਸੀਂ ਆਪਣੇ ਆਪ ਨੂੰ ਸਟ੍ਰੈਸ ਹੋਈ ਆਪਣੇ ਆਪ ਨੂੰ ਇੱਕ ਮੈਸੇਜ ਦਿਓ, ਕੋਈ ਗੱਲ ਨਹੀਂ। ਜਦੋਂ ਤੁਸੀਂ ਇੱਕ ਕੋਈ ਗੱਲ ਨਹੀਂ ਹੈ ਨਾ ਕਹੋਗੇ, ਇਟਸ ਓਕੇ, ਹੋ ਜਾਊਗਾ ਮੈਨੇਜ, ਫਿਰ ਇਹ ਆਪਣੇ ਆਪ ਹੀ ਰਿਲੈਕਸ ਹੋ ਜਾਏਗਾ। ਸਟ੍ਰੈਸ ਨਾਲ ਫਲਕਚੁਏਟ ਕਰਦਾ ਆ, ਲੇਕਿਨ ਆਪਣੇ ਆਪ ਥੋੜੇ ਸਮੇਂ ਬਾਅਦ ਕੰਟਰੋਲ ਹੋ ਜਾਂਦਾ, ਕਿਉਂਕਿ ਸਟ੍ਰੈਸ ਆਲਵੇਜ਼, ਜੇ ਕਿਸੇ ਨੂੰ ਲੌਂਗ ਟਰਮ ਹੀ ਸਟ੍ਰੈਸ ਰਹਿੰਦੀ ਆ, 24 ਆਵਰ ਹੀ ਸਟ੍ਰੈਸ ਆ, ਫਿਰ ਤਾਂ ਇੱਕ ਹੋਰ ਡਿਫਰੈਂਟ ਚੈਪਟਰ ਹੈ। ਪਰ ਆਮ ਤੌਰ ਤੇ ਬਾਡੀ ਨੂੰ ਐਡਜਸਟ ਕਰ ਦਿੰਦੀ ਆ। ਪਰ ਮੈਂ ਸਰੋਤਿਆਂ ਨੂੰ ਇਹੀ ਕਹਿਣਾ ਆ ਵੀ ਜਦੋਂ ਇਦਾਂ ਦੀ ਕੋਈ ਚੀਜ਼ ਹੁੰਦੀ ਆ, ਆਪਣੇ ਆਪ ਨੂੰ ਇੱਕ ਮੈਸੇਜ ਦਿਓ, ਕੋਈ ਗੱਲ ਨਹੀਂ, ਹੋ ਜਾਏਗਾ ਐਡਜਸਟ। ਜਦੋਂ ਤੁਸੀਂ ਇਦਾਂ ਦਾ ਬ੍ਰੇਨ ਨੂੰ ਮੈਸੇਜ ਦਿੰਦੇ ਆ ਨਾ, ਤਾਂ ਬ੍ਰੇਨ ਥੋੜਾ ਰਿਲੈਕਸ ਹੋ ਜਾਂਦਾ ਹੈ, ਤਾਂ ਸਾਰਾ ਬਾਡੀ ਦੇ ਜਿਹੜੇ ਫੰਕਸ਼ਨ ਆ ਡਿਸਟਰਬ ਹੋਏ ਹੁੰਦੇ ਆ, ਉਹ ਰਿਲੈਕਸ ਹੋਣੇ ਸ਼ੁਰੂ ਹੋ ਜਾਂਦੇ ਆ। ਡਾਕਟਰ ਸਾਹਿਬ, ਇਸ ਵੇਲੇ ਤੁਹਾਡੀ ਗੱਲਬਾਤ ਬੜੇ ਧਿਆਨ ਨਾਲ ਟੀਵੀ ਤੇ ਬੈਠੇ ਲੋਕੀ ਵੇਖ ਰਹੇ ਨੇ, ਸੁਣ ਰਹੇ ਨੇ। ਇੱਕ ਲੇਮੈਨ ਹੈ, ਤੁਹਾਡੇ ਟੀਵੀ ਦਾ ਦਰਸ਼ਕ ਜੋ ਬੈਠਾ ਵੇਖ ਰਿਹਾ ਹੈ, ਉਹਨੂੰ ਕਿਵੇਂ ਪਤਾ ਲੱਗੂਗਾ ਸਹਿਜੇ ਹੀ ਕਿ ਫਲਾਣੇ ਬੰਦੇ ਨੂੰ ਬਲੱਡ ਪ੍ਰੈਸ਼ਰ ਹੈ? ਯਾਨੀ ਕਿ ਸਿੰਪਟਮਸ ਕੀ ਹੈ, ਲੱਛਣ ਕੀ ਹੈ? ਜੀ ਬਹੁਤ ਵਧੀਆ ਸਵਾਲ ਹੈ, ਕਿਉਂਕਿ ਅਸੀਂ ਵੇਖਿਆ ਆ ਅਕਸਰ ਕਿ ਪੇਸ਼ੈਂਟ ਨੂੰ 200 ਬਲੱਡ ਪ੍ਰੈਸ਼ਰ ਹੁੰਦਾ, ਉਹ ਪਰ ਕਹਿੰਦਾ ਮੈਨੂੰ ਤਾਂ ਕੋਈ ਸਿੰਪਟਮ ਹੀ ਹੈ ਨਹੀਂ, ਹੈ ਨਾ। ਇਹ ਸਾਇਲੈਂਟ ਕਿਲਰ ਹੈ। ਵੈਸੇ ਇਹਦੀ ਕਾਫੀ ਜਿਹੜੀ ਕਿ ਆਮ ਲੋਕਾਂ ਦੇ ਵਿੱਚ ਹਾਈ ਬਲੱਡ ਪ੍ਰੈਸ਼ਰ ਦਾ ਪਤਾ ਨਹੀਂ ਲੱਗ ਰਿਹਾ, ਹੈ ਨਾ। ਪਰ ਜਿਹੜੇ ਜਨਰਲ ਸਿੰਪਟਮ ਹੈ, ਕਈ ਵੇਲੇ ਉਹ ਅਸੀਂ ਇਗਨੋਰ ਕਰ ਦਿੰਦੇ ਹਾਂ। ਉਹਦੇ ਰਾਹੀਂ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਵੀ ਜਨਰਲ ਸਿੰਪਟਮ ਜਿਹੜੇ ਹੈਗੇ ਆ, ਉਹਨਾਂ ਨੂੰ ਇਗਨੋਰ ਨਾ ਕਰੋ। ਹਰ ਜਗ੍ਹਾ ਬਲੱਡ ਪ੍ਰੈਸ਼ਰ ਮੋਨੀਟਰਸ ਲੱਗੇ ਹੋਏ ਨੇ। ਜਿਹੜੇ 30 ਸਾਲ ਤੋਂ ਉੱਪਰ ਹੈ, ਵੈਸੇ ਵੀ ਚਲੋ ਹਫ਼ਤੇ 'ਚ ਇੱਕ ਵਾਰ ਆਪਣੇ ਆਪ ਪਤਾ ਲੱਗ ਜਾਂਦਾ ਹੈ ਬਾਡੀ ਦੇ ਵਿੱਚ, ਹੈ ਨਾ, ਕਿ ਮੇਰਾ ਬਲੱਡ ਪ੍ਰੈਸ਼ਰ ਹਾਈ ਹੋ ਰਿਹਾ, ਜਾਂ ਮੇਰੇ 'ਚ ਫੈਮਿਲੀ ਹਿਸਟਰੀ ਆ, ਜੈਨੇਟਿਕ ਹੋ ਸਕਦਾ ਇਹ, ਕਿਉਂਕਿ ਕਈਆਂ ਕੇਸਿਸ ਦੇ ਵਿੱਚ ਦੇਖਿਆ ਹੈ ਕਿ ਜੇ ਫੈਮਿਲੀ ਦੇ ਵਿੱਚ ਹੀ ਹੈ ਤਾਂ ਕਈਆਂ ਨੂੰ ਬਲੱਡ ਪ੍ਰੈਸ਼ਰ ਇਸ ਤਰ੍ਹਾਂ ਚੱਲੀ ਆ ਰਿਹਾ, ਹੈਰੀਡਿਟਰੀ ਫੈਕਟਰ ਹੈਗਾ। ਸੋ ਸਿੰਪਟਮ ਜਿਹੜੇ ਜ਼ਿਆਦਾ ਆ ਇਹਦੇ ਵਿੱਚ, ਜਿਹੜਾ ਸਿਰ ਦੁਖਣਾ ਜ਼ਿਆਦਾ, ਹੈ ਨਾ, ਖਾਸ ਕਰਕੇ ਬੈਕ ਸਾਈਡ ਜਾਂ ਉੱਪਰਲਾ ਫਰੰਟ ਵਾਲਾ ਜਿਹੜਾ ਵਰਟੈਕਸ ਕਹਿੰਦੇ ਅਸੀਂ, ਇਹਦਾ ਸਿਰ ਦਰਦ ਜਿਹੜਾ ਆ ਉਹਦਾ ਬਲੱਡ ਪ੍ਰੈਸ਼ਰ ਦਾ ਕਨੈਕਸ਼ਨ ਹੁੰਦਾ। ਮੂੰਹ 'ਚੋਂ ਸੇਕ ਜਿਹਾ ਨਿਕਲਣਾ, ਲਾਲੀ ਜਿਹੀ ਆ ਜਾਂਦੀ ਆ, ਹੈ ਨਾ, ਗੱਲਾਂ ਦੇ ਉੱਤੇ, ਜਾਂ ਕਈਆਂ ਨੂੰ ਚੱਕਰ ਆਉਂਦੇ ਆ, ਪੈਰ ਉੱਖੜ ਜੇ ਜਾਂਦੇ ਆ, ਕਈਆਂ ਨੂੰ ਨੌਜ਼ੀਆ, ਵੋਮਿਟਿੰਗ ਜੀ ਵੀ ਹੁੰਦੀ। ਵੋਮਿਟਿੰਗ ਘੱਟ ਹੁੰਦੀ, ਜੀ ਕੱਚਾ ਜਿਹਾ, ਵੱਤ ਜਿਹੇ ਆਉਣੇ ਆ, ਉੱਠਣ ਨੂੰ ਮਨ ਨਹੀਂ ਕਰਨਾ, ਵਾਸੀਆਂ ਵੀ ਜ਼ਿਆਦਾ ਆ ਸਕਦੀਆਂ ਆ, ਬਾਡੀ ਇੱਕ ਡਿਫਰੈਂਟ ਜੀ ਫੀਲ ਕਰਦੀ ਆ। ਇਹ ਜਨਰਲ ਜਿਹੇ ਸਿੰਪਟਮ ਹੁੰਦੇ ਆ। ਤੇ ਬਿਹੇਵੀਅਰ ਤੇ ਪੱਖੋਂ ਦੇਖੀਏ, ਇੱਕ ਚਿੜਚਿੜਾ ਜਿਹਾ ਸੁਭਾਅ, ਖਿਜਾ ਜਾਂ ਗੁੱਸੇ ਜੇ ਹੋਈ ਜਾਣਾ, ਟੋਲਰੈਂਸ ਘਟ ਜਾਣਾ, ਹਰ ਜਗ੍ਹਾ, ਹਰ ਛੋਟੀ ਗੱਲ ਨੂੰ ਐਵੇਂ ਮਤਲਬ ਬਹੁਤ ਜ਼ਿਆਦਾ, ਯਾਨੀ ਕਿ ਇੱਕ ਤਰ੍ਹਾਂ ਦਾ ਇਰੀਟੇਟਿਵ ਜਿਹਾ ਹੋ ਜਾਂਦਾ ਹੈ। ਬਿਲਕੁਲ ਸਹੀ ਹੈ, ਇਹ ਵੀ ਇਹਦਾ ਕਾਫੀ ਸਿੰਪਟਮ ਹੈਗੇ ਆ ਜੀ। ਕਿਸੇ ਬੰਦੇ ਨੂੰ ਜੇ ਬਲੱਡ ਪ੍ਰੈਸ਼ਰ ਹੈਗਾ ਤੇ ਉਸ ਦਾ ਬਾਡੀ ਤੇ ਕੀ ਅਸਰ ਪਏਗਾ, ਕੀ ਕੰਪਲਿਕੇਸ਼ਨਸ ਨੇ? ਦੇਖੋ, ਇਹ ਬਹੁਤ ਵਧੀਆ ਕੁਐਸਚਨ ਹੈ, ਕਿਉਂਕਿ ਬਲੱਡ ਪ੍ਰੈਸ਼ਰ ਅਗਰ ਲੌਂਗ ਟਰਮ ਰਹਿੰਦਾ ਤਾਂ ਇਹਦਾ ਕਾਫੀ ਬਾਡੀ ਦੇ ਉੱਤੇ ਪ੍ਰਭਾਵ ਹੈਗਾ। ਸੋ ਸਭ ਤੋਂ ਪਹਿਲਾਂ ਹੁਣ ਇਹ ਦੇਖੋ, ਪ੍ਰੈਸ਼ਰ ਇਹ ਜਿਹੜਾ ਜ਼ਰੂਰੀ ਹੈ ਬ੍ਰੇਨ ਲਈ ਆ। ਬ੍ਰੇਨ ਸਟ੍ਰੋਕ ਜਾਂ ਬ੍ਰੇਨ ਹੈਮਰੇਜ, ਇਹ ਸਾਰਾ ਹੀ ਬਲੱਡ ਪ੍ਰੈਸ਼ਰ ਹੈ। ਜੇ ਹੁਣ ਬਲੱਡ ਪ੍ਰੈਸ਼ਰ 200 ਤੋਂ ਉੱਤੇ ਆ, ਹੁਣ ਬ੍ਰੇਨ ਨੂੰ ਸਪਲਾਈ ਚਾਹੀਦੀ 120 ਦੀ ਸਪਲਾਈ ਦੇ ਨਾਲ ਖੂਨ ਆਉਣਾ ਚਾਹੀਦਾ। ਹੁਣ ਜੇ ਤੁਸੀਂ 200 ਤੇ ਜਾਈ ਜਾਂਦੇ ਆ, ਹੈ ਨਾ, ਹਾਰਟ ਪੰਪ ਕਰ ਰਿਹਾ, ਹਾਰਟ ਨੂੰ ਪੰਪ ਕਰਨ ਲਈ 120 ਦੀ ਮਾਤਰਾ 'ਚ ਉਹਨੇ ਖੂਨ ਸਿੱਟਣਾ ਆ, ਤੁਹਾਡਾ ਵੀ ਉਹ 180 ਤੇ ਸਿੱਟ ਰਿਹਾ, ਉਹਦਾ ਜ਼ੋਰ ਲੱਗ ਰਿਹਾ। ਹਾਰਟ ਦਾ ਜਿਹੜਾ ਮਸਲ ਹੈ, ਖਾਸ ਕਰਕੇ ਜਿਹੜਾ ਲੈਫਟ ਵੈਂਟਰੀਕੂਲਰ ਮਸਲ ਹੈ, ਉਹਦੀ ਹਾਈਪਰਟ੍ਰੋਫੀ ਹੋ ਜਾਂਦੀ ਹੈ, ਮੋਟਾ ਹੋ ਜਾਂਦਾ ਉਹ ਮਸਲ, ਕਿਉਂਕਿ ਉਹਨੂੰ ਜ਼ੋਰ ਬਹੁਤ ਕੰਮ ਕਰਨਾ ਪੈਂਦਾ ਹੈ ਨਾ। ਅੱਖਾਂ ਦੇ ਉੱਤੇ ਵੀ ਇਹਦਾ ਇਫੈਕਟ ਹੈ, ਅੱਖਾਂ ਦੀ ਕਈ ਵੇਲੇ ਰੈਟੀਨਾ ਡੈਮੇਜ ਹੋ ਸਕਦੇ ਆ, ਹੈ ਨਾ। ਕਿਡਨੀਆਂ ਦੇ ਉੱਤੇ ਜਿੱਦਾਂ ਮੈਂ ਦੱਸਿਆ, ਲੌਂਗ ਟਰਮ 'ਚ ਕਿਸੇ ਨੂੰ ਬਲੱਡ ਪ੍ਰੈਸ਼ਰ ਰਹੇਗਾ, ਡੈਫੀਨੇਟਲੀ ਉਹਦਾ ਕਿਡਨੀਆਂ ਦੇ ਉੱਤੇ ਬਹੁਤ ਪ੍ਰਭਾਵ ਪਏਗਾ, ਕਿਡਨੀਆਂ ਡੈਮੇਜ ਹੋ ਸਕਦੀਆਂ। ਹਾਰਟ ਦਾ ਜਿਹੜੀਆਂ ਪੰਪਿੰਗ ਆ, ਉਹਦੇ ਨਾਲ ਜਿਹੜੀ ਆ ਕੋਰਨਰੀ ਆਰਟਰੀਜ਼ ਹੁੰਦੀਆਂ ਆ, ਬਲੋਕੇਜ ਜਿਹਨੂੰ ਕਹਿੰਦੇ ਆ ਤੁਸੀਂ, ਕੋਲੈਸਟਰੋਲ ਜਦੋਂ ਜ਼ਿਆਦਾ ਹੋ ਗਿਆ, ਇਹ ਸਾਰੇ ਹੀ ਫੈਕਟਰਸ ਨੇ, ਹੈ ਨਾ। ਬਾਡੀ ਦਾ ਬਲੱਡ ਪ੍ਰੈਸ਼ਰ ਦਾ ਮੇਨਟੇਨ ਰਹਿਣਾ ਬਹੁਤ ਜ਼ਰੂਰੀ ਹੈ। ਬਹੁਤ ਹੀ ਜ਼ਿਆਦਾ ਬਾਡੀ ਦੇ ਉੱਤੇ ਇਹਦੀਆਂ ਕੰਪਲਿਕੇਸ਼ਨ ਹੋ ਸਕਦੀਆਂ ਅਗਰ ਆਪਾਂ ਇਹਨੂੰ ਮੇਨਟੇਨ ਨਹੀਂ ਕਰਦੇ। ਸੋ ਤੁਸੀਂ ਇੰਨੀਆਂ
ਬਰੀਕੀ ਤੇ ਵਿਸਥਾਰ ਨਾਲ ਗੱਲਾਂ ਦੱਸੀਆਂ ਤੇ ਮੈਂ ਇਹ ਚਾਹਾਂਗਾ ਤੁਹਾਡਾ ਲਾਹਾ ਲਈਏ ਗੱਲਬਾਤ ਦਾ। ਸਾਡੇ ਸਰੋਤਿਆਂ ਨੂੰ ਇਹ ਦੱਸ ਦਿਓ ਵੀ ਬਲੱਡ ਪ੍ਰੈਸ਼ਰ ਨੂੰ ਕਾਬੂ ਕਿਵੇਂ ਕੀਤਾ ਜਾ ਸਕਦਾ ਇੱਕ ਦੇਸੀ ਤਰੀਕੇ ਨਾਲ। ਜੀ ਬਿਲਕੁਲ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਹਰ ਇੱਕ ਲਈ ਬਹੁਤ ਜ਼ਰੂਰੀ ਆ। ਇਹ ਆਪਾਂ ਐਕਸਕਿਊਜ਼ ਨਹੀਂ ਦੇ ਸਕਦੇ ਕਿ ਮੇਰੇ ਫੈਮਿਲੀ ਦੇ ਵਿੱਚ ਆ ਜਾਂ ਮੈਨੂੰ ਸਟ੍ਰੈਸ ਨਾਲ ਆ ਜਾਂ ਮੈਨੂੰ ਕੋਈ ਵੀ ਵਜ੍ਹਾ ਆ, ਕਿਉਂਕਿ ਬਾਡੀ ਨੇ ਡੈਮੇਜ ਹੋਣ ਲੱਗਾ ਇਹ ਨਹੀਂ ਦੇਖਣਾ ਵੀ ਇਹ ਬੰਦਾ ਕੀ ਇਹਦੇ ਸਿਚੁਏਸ਼ਨਸ ਨੇ, ਹੈ ਨਾ। ਲੌਂਗ ਟਰਮ ਕਿਸੇ ਦਾ ਬਲੱਡ ਪ੍ਰੈਸ਼ਰ ਅਗਰ ਹਾਈ ਆ ਤਾਂ ਉਹ ਡੈਫੀਨੇਟਲੀ ਡੈਮੇਜ ਹੋਏਗਾ। ਸੋ ਸਭ ਤੋਂ ਪਹਿਲਾਂ ਤਾਂ ਸਲੀਪ ਦਾ ਇਹਦੇ ਵਿੱਚ, ਕਿਉਂਕਿ ਬ੍ਰੇਨ ਜਦੋਂ ਰਿਲੈਕਸ ਹੋਏਗਾ ਨਾ ਤਾਂ ਤੁਹਾਡੀ ਬਾਡੀ ਦਾ ਜਿਹੜਾ ਆ ਸਟ੍ਰੈਸ ਘਟੇਗਾ, ਬਾਡੀ ਰਿਲੈਕਸ ਹੋਏਗੀ, ਆਰਟਰੀਜ਼ ਦਾ ਪ੍ਰੈਸ਼ਰ ਹੈ ਉਹ ਘਟੇਗਾ। ਕਿਉਂਕਿ ਜਿੰਨਾ ਸੋਚੀ ਜਾਓਗੇ ਗੁੱਸਾ, ਜਿੱਦਾਂ ਤੁਸੀਂ ਕਿਹਾ ਸੀ, ਜਿੰਨਾ ਕਿ ਤੁਸੀਂ ਤੜਫੀ ਜਾਓਗੇ ਉਹਨਾਂ ਬਲੱਡ ਪ੍ਰੈਸ਼ਰ ਅਪ ਰਹੇਗਾ। ਸੋ ਸਟ੍ਰੈਸ ਤੋਂ ਅਵੋਇਡ ਕਰਨਾ ਚਾਹੀਦਾ, ਬਾਡੀ ਨੂੰ ਰਿਲੈਕਸ ਰੱਖਣਾ ਚਾਹੀਦਾ। ਜਿਸ ਤਰ੍ਹਾਂ ਮੈਂ ਕਿਹਾ ਡਾਈਟ ਆ ਜਿਹੜੀ ਡਾਈਟ ਇਹਨੂੰ ਸਟਿਮੂਲੈਂਟ ਹੈ, ਸਾਰੇ ਇਹਨੂੰ ਵਧਾਉਂਦੇ ਆ। ਸਾਲਟ ਨੂੰ ਅਵੋਇਡ ਕਰੋ, ਕੌਫੀ ਨੂੰ, ਟੀ ਨੂੰ, ਨਟਸ ਜਿਹੜੇ ਹੁੰਦੇ ਆ ਇਹ ਵੀ ਸਾਡਾ ਜਿਹੜੇ ਗਰਮੀ ਪੈਦਾ ਕਰਦੇ ਆ ਓਬਵੀਅਸਲੀ, ਉਹਦੇ ਨਾਲ ਸਾਡਾ ਬਲੱਡ ਪ੍ਰੈਸ਼ਰ ਵਧੇਗਾ। ਸੋ ਜਿਹਦੀ ਡਾਈਟ ਦੇ ਵਿੱਚ ਕੋਲਡ ਲਾਈਕ ਠੰਡੀ ਤਸੀਰ ਵਾਲੀ ਡਾਈਟ ਆ ਉਹਨੂੰ ਜ਼ਿਆਦਾ ਖਾਓ, ਖੀਰਾ ਖਾਓ, ਦਹੀਂ ਖਾਓ, ਫਰੂਟਸ ਖਾਓ, ਵੈਜੀਟੇਬਲ ਜਿੰਨੀਆਂ ਤੁਸੀਂ ਖਾ ਸਕਦੇ ਆ ਖਾਓ, ਮਸਾਲੇ ਜ਼ਿਆਦਾ, ਤਲੀਆਂ ਚੀਜ਼ਾਂ ਨੂੰ ਅਵੋਇਡ ਕਰੋ, ਹੈ ਨਾ। ਰੈੱਡ ਮੀਟ ਆ ਇਹ ਵਧਾਉਂਦਾ ਸਾਰਾ ਕੁਛ ਹੀ, ਹੈ ਨਾ। ਅਲਕੋਹਲ ਵੀ ਇਹਦੇ ਵਿੱਚ ਬਲੱਡ ਪ੍ਰੈਸ਼ਰ ਨੂੰ ਵਧਾਉਂਦੀ ਆ। ਸੋ ਰਿਲੈਕਸ ਰਹਿਣਾ ਔਰ ਐਕਸਰਸਾਈਜ਼ ਬਹੁਤ ਵੱਡਾ ਪਾਰਟ ਹੈ ਐਵਰੀ ਡੇ। ਜਿਹਦਾ ਜ਼ਿਆਦਾ ਬਲੱਡ ਪ੍ਰੈਸ਼ਰ ਹੈ ਜਾਂ ਓਲਡ ਏਜ ਹੈ, ਅਸੀਂ ਇਹ ਨਹੀਂ ਕਹਿੰਦੇ ਦੌੜੋ, ਹੈ ਨਾ, ਪਰ ਵਾਕ ਬਹੁਤ ਇਹਦੇ ਵਿੱਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦੀ ਆ। ਸੋ ਵਾਕ, ਸਲੀਪ, ਐਵਰੀਥਿੰਗ ਫੈਕਟਰਸ ਕਾਊਂਟ ਹੁੰਦੇ ਆ। ਸੋ ਇਹ ਬਲੱਡ ਪ੍ਰੈਸ਼ਰ ਇੱਕ ਬਹੁਤ, ਕਿਉਂਕਿ ਜਦੋਂ ਡੈਮੇਜ ਹੋ ਗਿਆ ਹਾਰਟ ਜਾਂ ਕੁਛ ਵੀ ਡੈਮੇਜ ਬ੍ਰੇਨ ਹੈ, ਇਹ ਦੁਬਾਰਾ ਨਹੀਂ ਉਹ ਚੀਜ਼ ਬਣਦੀ। ਤਾਂ ਜਦੋਂ ਚਿੜੀਆਂ ਚੁਗ ਗਈਆਂ ਖੇਤ ਫਿਰ ਪਛਤਾਇਆ ਸੋ ਕੀ ਇਸ ਬਣਿਆ। ਕਰਕੇ ਸਾਨੂੰ ਮੈਂ ਸਾਰੇ ਸਰੋਤਿਆਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਹਨੂੰ ਐਵਰੀ ਡੇ ਤੁਸੀਂ ਜੇ ਕਿਸੇ ਦਾ ਹੈ ਤਾਂ ਵਾਚ ਕਰੋ, ਅਗਰ ਨਹੀਂ ਹੈ ਤਾਂ ਤੁਸੀਂ ਘੱਟੋ ਘੱਟ ਹਫ਼ਤੇ 'ਚ ਇੱਕ ਵਾਰ ਜ਼ਰੂਰ ਵਾਚ ਕਰੋ। ਡਾਈਟ ਦੇ ਵਿੱਚ ਬੈਲੈਂਸ ਕਰਕੇ ਚੱਲੋ। ਮੇਰੇ ਹਰ ਵੇਲੇ ਬੇਨਤੀ ਹੁੰਦੀ ਆ ਕਿ ਇੱਕੋ ਹੀ ਡਾਈਟ ਨਾ ਖਾਈ ਜਾਓ, ਬੈਲੈਂਸ ਡਾਈਟ ਬਹੁਤ ਜ਼ਰੂਰੀ ਆ। ਸਾਨੂੰ ਐਕਸਰਸਾਈਜ਼ ਬਹੁਤ ਜ਼ਰੂਰੀ ਆ। ਸਟ੍ਰੈਸ ਨੂੰ ਠੀਕ ਹੈ ਕਈ ਵੇਲੇ ਮਜਬੂਰੀ ਹੁੰਦੀ ਆ, ਪਰ ਕੋਸ਼ਿਸ਼ ਕਰੋ ਕਿ ਹਫ਼ਤੇ 'ਚ 2-3 ਦਿਨ ਰਿਲੈਕਸ ਰਹੋ, ਨੀਂਦ ਨੂੰ ਪ੍ਰੋਪਰ ਲਓ। ਨੀਂਦ ਬਹੁਤ ਜ਼ਰੂਰੀ ਹੈ। ਸੋ ਇਹ ਜ਼ਰੂਰੀ ਪਾਰਟ ਨੇ ਬਾਡੀ ਦੇ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਸੁਤਾ ਜੀ ਤੁਹਾਡਾ ਤੇ ਪ੍ਰਵਾਸ ਟੀਵੀ ਦਾ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਇਸ ਪ੍ਰੋਗਰਾਮ ਵਿੱਚ ਕੋਈ ਵੀ ਸੁਝਾਅ ਜਾਂ ਇਸ਼ਤਿਹਾਰ ਦੇਣ ਸੰਬੰਧੀ ਤੁਸੀਂ ਇਸ ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਨੂੰ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹੁਣ ਤੇਗਮੀਤ ਨੂੰ ਦਿਓ ਇਜਾਜ਼ਤ। ਅਗਲੇ ਹਫਤੇ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।